स्क्रीन शो हो रही है? हाँ जी। ओके, ये अपना रेट कन्फर्मेशन है। ਜਦੋਂ ਆਪਾਂ ਬ੍ਰੋਕਰ ਨਾਲ ਸਭ ਤੋਂ ਪਹਿਲਾਂ ਕੰਮ ਕਰਦੇ ਆ, ਕੈਰੀ ਪੈਕੇਟ ਫਿਲ ਕਰਨ ਤੋਂ ਬਾਅਦ ਉਹ ਆਪਾਂ ਨੂੰ ਰੇਟ ਕਨਫਰਮੇਸ਼ਨ ਭੇਜੇਗਾ ਕਿ ਉੱਥੇ ਆਏਗਾ ਤੁਸੀਂ ਕਿੱਥੋਂ ਪਿਕ ਕਰਨਾ ਹੈ, ਕਿੱਥੋਂ ਉਤਾਰਨਾ ਹੈ। ਠੀਕ ਹੈ। ठीक है। ਹੁਣ ਇਹਦੀ ਜਿਹੜੀ ਇਹਦੀ ਇੰਸਟਰਕਸ਼ਨਸ ਵਗੈਰਾ ਤੇ ਇੰਸਟਰਕਸ਼ਨ ਹੋ ਗਈ, ਇਹਦੀ ਵੈਰੀਫਿਕੇਸ਼ਨ ਹੋ ਗਈ, ਉਹ ਆਪਾਂ ਕਰਾਂਗੇ ਹੁਣ। ठीक। ਸਭ ਤੋਂ ਪਹਿਲਾਂ ਤਾਂ ਇਹ ਐਲਐਲਐਮ ਕੰਪਨੀ ਦਾ ਰੇਟ ਕਨਫਰਮੇਸ਼ਨ ਹੈ। ਠੀਕ ਹੈ। ਦੈਨ ਇੱਥੇ ਦੇਖੋ, ਕੈਰੀਅਰ ਲੋਡ ਕਨਫਰਮੇਸ਼ਨ, ਇਹ ਨੰਬਰ ਹੈ, ਰੈਂਡਮਲੀ ਚੱਲਦਾ ਹੈ, ਕੁਛ ਵੀ ਆ ਸਕਦਾ, ਮਤਲਬ ਕਿ ਜੋ ਉਹਨਾਂ ਨੇ ਆਪਣੀ ठीक। ਉਹਨਾਂ ਦੀ ਸੀਰੀਜ਼ ਚੱਲ ਰਹੀ ਹੈਗੀ। ठीक। ਠੀਕ ਹੈ। ਦੈਨ ਇੱਥੇ ਅਟੈਂਸ਼ਨ ਕੈਰੀਅਰ, ਕੈਰੀਅਰ ਮਤਲਬ ਕਿ ਜਿਹੜਾ ਲੋਡ ਚੱਕਣ ਆਇਆ, ਜਿਹਨੇ ਬੁੱਕ ਕੀਤਾ, ਉਹਦੀ ਡਿਟੇਲਸ ਹੈ। ठीक। ਉਹਦੀ ਡਿਟੇਲਸ ਕੁਛ ਵੀ ਆ ਸਕਦੀ ਹੈ ਇੱਦਾਂ। ਠੀਕ ਹੈ। ਦੈਨ ਇਸ 'ਚ ਤੁਸੀਂ ਆਪਣੀ ਡਿਟੇਲਸ ਚੈੱਕ ਕਰਨੀ ਹੈ, ਆਪਣੀ ਕੰਪਨੀ ਦਾ ਨੇਮ, ਈਮੇਲ ਆਈਡੀ, ਫ਼ੋਨ ਨੰਬਰ ਕਰੈਕਟ ਹੈ ਕਿ ਨਹੀਂ। ਜੇ ਇਨਕਰੈਕਟ ਹੈਗਾ ਤਾਂ ਇਸ਼ੂ ਹੋ ਸਕਦਾ ਹੈ ਕਿ ਬਾਈ ਕੱਲ੍ਹ ਨੂੰ ਤੁਸੀਂ ਪੇਮੈਂਟ ਲਓ ਜਾਂ ਕੁਛ ਲਓ, ਅਗਲੇ ਕਹਿੰਦੇ ਤੁਹਾਡੇ ਨਾਮ 'ਤੇ ਲੋਡ ਹੀ ਨਹੀਂ ਹੈਗਾ, ਅਸੀਂ ਤੁਹਾਨੂੰ ਪੇ ਨਹੀਂ ਕਰਦੇ। ठीक। ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ ठीक। ਕਦੀ ਵੀ ਮਨ ਕੀ ਕਰੋਗੇ। ਠੀਕ ਹੈ। ਦੈਨ ਆਪਾਂ ਇੱਥੇ ਬ੍ਰੋਕਰ ਵੈਰੀਫਾਈ ਕਰਨਾ ਹੈ, ਬ੍ਰੋਕਰ ਦੀ ਡਿਟੇਲਸ ਚੈੱਕ ਕਰਨੀ ਹੈ ਆਪਾਂ। ਬ੍ਰੋਕਰ ਦੀ ठीक। ਡਿਟੇਲਸ ਹੁਣ ਕਿੱਦਾਂ ਚੈੱਕ ਕਰੋਗੇ ਤੁਸੀਂ? ਕੋਈ ਆਈਡੀਆ? ਹੂੰ, हाँ जी। ਕੋਈ ਆਈਡੀਆ ਬ੍ਰੋਕਰ ਦੀ ਡਿਟੇਲਸ ਕਿੱਦਾਂ ਚੈੱਕ ਕਰੋਗੇ? ਬ੍ਰੋਕਰ ਦੇ ਵਿੱਚ ਕੈਰੀਅਰ ਪੈਕੇਟਸ ਨਹੀਂ ਹੁੰਦੀਆਂ। ਕੈਰੀਅਰ ਪੈਕੇਟਸ ਤਾਂ ਹੁੰਦੀ ਹੈ, ਬਟ ਕਈ ਵਾਰੀ ਫੇਕ ਬ੍ਰੋਕਰ ਵੀ ਆ ਜਾਂਦਾ, ਉਹਦੀ ਡਿਟੇਲਸ ਕਿੱਦਾਂ ਵੈਰੀਫਾਈ ਕਰੋ? ਤੇ ਕੋ ਜਿਹੜਾ ਬ੍ਰੋਕਰ ਦਾ ਨੰਬਰ ਹੁੰਦਾ ਹੈ, ਫੋਨ ਨੰਬਰ? ਜਿਹਦੇ ਅੱਗੇ ਬਿਲ ਹੀ ਹੁੰਦਾ। ਉਹ ਤਾਂ ਐਮਸੀ ਨੰਬਰ ਹੋ ਗਿਆ ਨਾ ਬ੍ਰੋਕਰ ਦਾ। ਹੋਰ ਕਿਵੇਂ ਚੈੱਕ ਕਰਾਂ? ਐਫਐਮਸੀਐਸ ਦੇਖਿਆ ਜੀ ਤੁਸੀਂ? ਜੀ। ਐਫਐਮਸੀਐਸ ਦਾ ਪੋਰਟਲ, ਐਫਐਮਸੀਐਸ ਦਾ ਪੋਰਟਲ ਦੇਖਿਆ ਸੀਗਾ ਤੁਸੀਂ? ਸਮਝ ਨਹੀਂ ਲੱਗਾ। ਐਫਐਮਸੀਐਸ ਦਾ ਪੋਰਟਲ ਦਿਖਾਇਆ ਸੀ ਸੇਫਰ ਵੈਬ ਦਾ, ਉਹ ਦੇਖਿਆ ਸੀ ਤੁਸੀਂ? ਨਹੀਂ। ਐਫਐਮਸੀਐਸ ਇੱਕ ਨਾ ਐਫਐਮਸੀਐਸ ਦਾ ਪੋਰਟਲ ਹੁੰਦਾ ਹੈ। ਠੀਕ ਹੈ। ਆਪਾਂ ਉਹਦੇ 'ਤੇ ਜਾ ਕੇ ਇਹਦੀ ਡਿਟੇਲਸ ਕਰਾਂਗੇ ਵੈਰੀਫਾਈ ਕਿ ਆਪਾਂ ਜਿਹਨਾਂ ਲੋਡ ਬੁੱਕ ਕੀਤਾ ਉਹੀ ਹੈ ਕਿ ਫੇਕ ਨਾਲ ਬੰਦੇ ਨਾਲ ਕੰਮ ਕਰ ਲਿਆ। ਉਹਦੇ ਲਈ ਤੁਸੀਂ ਪਹਿਲਾਂ ਤਾਂ ਇੱਧਰ ਜਾਓਗੇ ਨਿਊ ਟੈਬ 'ਤੇ, ਪਹਿਲਾਂ ਤਾਂ ਤੁਸੀਂ ਆਪਣਾ ਨੈਟਵਰਕ ਕਰੋਗੇ ਯੂਐਸ ਦੇ ਨੈਟਵਰਕ 'ਤੇ ਵੀਪੀਐਨ ਲਗਾ ਕੇ। ਠੀਕ ਹੈ। ਠੀਕ। ਕਨੈਕਟ ਕਰ ਲਿਆ ਮੈਂ, ਤੇ ਕਲਿੱਕ ਕੀਤਾ, ਕਨੈਕਟ ਹੋ ਰਿਹਾ। ਬੰਦ, ਕਨੈਕਟ ਹੋ ਗਿਆ। ਹੁਣ ਮੈਂ ਇੱਥੇ ਲਿਖਾਂਗਾ ਯੂਐਸ, ਇਹ ਦੇਖੋ ਯੂਐਸ DOT ਨੰਬਰ ਲੁੱਕਅਪ, ਇਹ ਆ ਜਾਏਗਾ। ਸਭ ਤੋਂ ਪਹਿਲਾਂ ਆ ਜਾਏਗਾ ਇਹਦਾ ਸੇਫਰ ਦਾ। ਠੀਕ ਹੈ। ਸੇਫਰ ਦਾ ਆ ਗਿਆ, ਸੇਫਰ 'ਤੇ ਮੈਂ ਕਰਾਂਗਾ ਕਲਿੱਕ। ਹੁਣ ਮੈਂ ਬ੍ਰੋਕਰ ਡਿਟੇਲ ਚੈੱਕ ਕਰਨੀ ਹੈ, ਜਾਂ ਤਾਂ ਮੈਂ ਐਮਸੀ ਨੰਬਰ ਤੋਂ ਚੈੱਕ ਕਰ ਸਕਦਾ ਨਾ, ਜਾਂ ਨੇਮ ਤੋਂ, ਜਾਂ DOT ਨੰਬਰ ਤੋਂ। ਠੀਕ ਹੈ। ਹੁਣ ਮੇਰੇ ਕੋਲ ਐਮਸੀ ਨੰਬਰ ਹੈ ਨਹੀਂ, ਮੈਨੂੰ ਉਹਦਾ ਨਾਮ ਤਾਂ ਪਤਾ ਹੈ ਨਾ। ਮੈਂ ਨਾਮ 'ਤੇ ਕਲਿੱਕ ਕੀਤਾ। ਠੀਕ ਹੈ, ਸਰਚ ਕਰਨਾ। ਹੁਣ ਇਹ ਕਹਿ ਰਿਹਾ DOT ਨੰਬਰ ਦੇ ਨਾਲ ਇੱਦਾਂ ਕੁਛ ਨਹੀਂ ਆ ਰਿਹਾ। ਇੱਥੇ ਨੇਮ ਕਰਾਂਗਾ ਕਲਿੱਕ, ਮੈਂ ਸਰਚ ਕਰ ਰਹਾ। ਦੈਨ ਇੱਥੇ ਆ ਗਿਆ, ਮੈਂ ਐਲਐਨ ਕੰਪਨੀ ਨਾਲ ਕਰ ਰਿਹਾ ਸੀ ਨਾ, ਐਲਐਨ ਕੰਪਨੀ, ਬਸ ਇਹੀ ਆਇਆ ਸੀ। ਮੈਂ ਤੇ ਕਰਾਂਗਾ ਕਲਿੱਕ। ਹੁਣ ਇਹ 'ਚ ਮੇਰੇ ਕੋਲ ਸਭ ਕੁਛ ਆ ਜਾਏਗਾ। ਦੇਖੋ ਇਹ 'ਚ ਮੈਨੂੰ ਬ੍ਰੋਕਰ ਦਾ ਐਮਸੀ ਨੰਬਰ ਵੀ ਆ ਜਾਏਗਾ, ਬ੍ਰੋਕਰ ਕੀ ਹੈ, ਬ੍ਰੋਕਰ ਹੈ ਕਿ ਕੈਰੀਅਰ ਹੈ, ਉਹ ਵੀ ਆ ਗਿਆ।
ਆਊਟ ਆਫ ਸਰਵਿਸ ਮਤਲਬ ਕਿ ਇਹਦੇ ਜਿਹੜਾ ਬੌਂਡ ਹੈ ਉਹ ਕਦੀ ਕੱਟ ਤਾਂ ਨਹੀਂ ਹੋਇਆ ਜਿਹਦੇ ਕਰਕੇ ਇਹਨੂੰ FMCS ਨੇ ਆਊਟ ਆਫ ਸਰਵਿਸ ਕਰਤਾ ਹੋਵੇ, ਉਹ ਵੀ ਪਤਾ ਲੱਗ ਜਾਏਗਾ। ਠੀਕ ਹੈ, ਤੇ ਇਹਦੇ ਮੈਂ ਸਾਰੀ ਡਿਟੇਲਸ ਇੱਥੋਂ ਚੈੱਕ ਕਰਨਾ ਗਾ। ਫਿਰ ਇਹ ਇਹਨਾਂ ਦਾ ਰਜਿਸਟਰਡ ਫ਼ੋਨ ਨੰਬਰ ਹੈ, ਮਤਲਬ ਕਿ ਜਦ ਕੰਪਨੀ ਓਪਨ ਹੋਈ ਸੀ ਨਾ, ਜਦ ਇਹਨਾਂ ਦੀ ਕੰਪਨੀ ਓਪਨ ਹੋਈ ਸੀ ਤਾਂ ਇਹ ਫ਼ੋਨ ਨੰਬਰ ਦਿੱਤਾ ਗਿਆ ਸੀ ਫॉर ਰਜਿਸਟ੍ਰੇਸ਼ਨ। ਠੀਕ ਹੈ, ਇਸ ਨੰਬਰ ਨੂੰ ਮੈਂ ਕਰਾਂਗਾ ਕਾਲ ਐਂਡ ਪੁੱਛਾਂਗਾ ਤੁਹਾਡਾ ਲਈ ਇਹ ਬੰਦਾ ਕੰਮ ਕਰਦਾ ਹੈ ਕਿ ਮੈਂ ਇਹ ਲੋਡ ਨੰਬਰ ਤੁਹਾਡੇ ਨਾਲ ਬੁੱਕ ਕੀਤਾ ਇਹ ਵਾਲੇ ਬੰਦੇ ਨਾਲ, ਇਹ ਤੁਹਾਡੇ ਲਈ ਕੰਮ ਕਰਦਾ ਹੈ ਕਿ ਮੈਂ ਫਰਾਡ ਤਾਂ ਨਹੀਂ ਹੋ ਗਿਆ ਮੇਰੇ ਨਾਲ। ਠੀਕ ਹੈ, ਇੱਦਾਂ ਆਪਾਂ ਵੈਰੀਫਾਈ ਕਰ ਲਾਂਗੇ। ਠੀਕ ਹੈ, ਦੈਨ ਨੈਕਸਟ ਇਹਦੇ 'ਚ ਆਪਾਂ ਡੋਨੇਮ ਵੀ ਚੈੱਕ ਕਰਨਾ ਹੈ। ਦੇਖੋ ਹੁਣ ਇਹਦਾ ਡੋਨੇਮ ਹੈ lnn.com। ਠੀਕ ਹੈ, ਇਹੀ ਰਵੇ। ਕਈ ਫੇਕ ਬ੍ਰੋਕਰ ਹੋਣਗੇ ਨਾ, ਉਹ ਇਹਦਾ ਡੋਨੇਮ ਵੀ ਚੇਂਜ ਕਰਕੇ ਤੁਹਾਨੂੰ ਭੇਜ ਸਕਦੇ ਆ। ਜਿੱਦਾਂ ਲੈਟਸ ਸਪੋਜ਼ ਐਲਨ ਹੈ, ਐਲਨ 'ਚ ਮੈਂ ਇੱਕ ਐਲ ਕੱਟ ਦਵਾਂ ਤਦ ਵੀ ਐਲਨ ਹੀ ਸਾਊਂਡ ਕਰ ਰਿਹਾ। ਠੀਕ ਹੈ, ਹੁਣ ਡਬਲ ਐਲ ਦੀ ਜਗ੍ਹਾ ਮੈਂ ਡਬਲ ਆਈ ਲਿਖਤਾ ਕੈਪੀਟਲ 'ਚ, ਸੇਮ ਸਾਊਂਡ ਕਰ ਰਿਹਾ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਆਪਾਂ। ਓਕੇ, ਇਹ ਚੀਜ਼ ਦਾ ਪੂਰਾ ਧਿਆਨ ਰੱਖਣਾ। ਜੇ ਕੁਛ ਨਹੀਂ ਹੁੰਦਾ ਤੁਹਾਨੂੰ ਸੇਫਰ ਨਹੀਂ ਓਪਨ ਹੋ ਰਿਹਾ, ਮੈਂ ਇੱਕ ਵਾਰੀ ਬੰਦ ਕਰਤੀ, ਸੇਫਰ ਨਹੀਂ ਹੋ ਰਿਹਾ ਤੇ ਮੈਂ ਇੱਥੇ ਚੱਲ ਜਾਵਾਂਗਾ। ਫੈਕਟਰਿੰਗ ਦਾ ਪੋਰਟਲ ਮਿਲੇਗਾ ਤੁਹਾਨੂੰ, ਤੁਸੀਂ ਫੈਕਟਰਿੰਗ ਦਾ ਕੰਮ ਕਰੋਗੇ। ਅੱਛਾ, ਮੈਂ ਕਰਤਾ। ਠੀਕ ਹੈ, ਹੁਣ ਇਹਦਾ ਇਹ ਨੰਬਰ ਆ ਜਾਏਗਾ, ਨਾਲੇ ਫੈਕਟਰੀ ਨਾਲ ਡਿਟੇਲਸ ਵੀ ਚੈੱਕ ਹੋਗੀ, ਰੇਟਿੰਗ ਹੋਗੀ, ਚੈੱਕ ਕਰ ਸਕਦੇ ਕਿ ਨਹੀਂ। ਇਹਦਾ फ़ोन ਨੰਬਰ ਆ ਜਾਏਗਾ, ਇਹਨੂੰ ਵੀ फ़ोन ਕਰਕੇ ਮੈਂ ਇੱਦਾਂ ਪਤਾ ਕਰ ਸਕਦਾ। ਠੀਕ ਹੈ, ਬਸ फ़ोन ਕਰਨਾ ਐਂਡ ਪੁੱਛਣਾ ਕਿ ਇਹ ਲੋਡ ਨੰਬਰ ਬੁੱਕ ਕੀਤਾ ਤੁਹਾਡੇ ਨਾਲ ਹੀ ਹੋਇਆ, ਤੁਹਾਡੀ ਕੰਪਨੀ ਨਾਲ। ਠੀਕ ਹੈ, ਹੁਣ ਨੈਕਸਟ ਥੱਲੇ ਆ ਜਾਓ। ਹੁਣ ਇੱਧਰ ਮੈਂ ਇਸ ਤੋਂ ਬੁੱਕ ਕੀਤਾ ਸੀ ਮਨਰੋ ਟਾਊਨਸ਼ਿਪ ਨਿਊ ਜਰਸੀ। ਮੇਰਾ ਯਾਰ ਹੈਗਾ ਬਰਲਿੰਗਟਨ ਨਿਊ ਜਰਸੀ 'ਚ, ਜਿੱਥੋਂ ਮਨਰੋ ਟਾਊਨਸ਼ਿਪ 30 ਮਾਈਲਸ ਅੱਗੇ ਨੂੰ ਜਾਣਾ ਸੀ। 30 ਜਾਣਾ 30 ਆਣਾ 60 ਪੈ ਗਿਆ। तो क्या फ्राइडे पिक हो गया, मंडे ड्रॉप सीगा। मेरा ड्राइवर आराम ਨਾਲ सैटरडे निकलेगा आराम ਨਾਲ। ठीक है, ਹੁਣ ਇਹ ਮਨਰੋ ਟਾਊਨਸ਼ਿਪ ਨਿਊ ਜਰਸੀ ਦੀ ਗੱਲ ਹੋਈ ਸੀ। ਜਦ ਰੇਟ ਕਨਫਰਮੇਸ਼ਨ ਆਇਆ ਤਾਂ ਉਹਨੇ ਪੈਨਸਿਲਵੇਨੀਆ ਲਿਖਤਾ। ਮਨਰੋ ਟਾਊਨਸ਼ਿਪ ਪੈਨਸਿਲਵੇਨੀਆ ਮੇਰੇ ਯਾਰਡ ਤੋਂ ਅਪਰੋਕਸੀਮੇਟਲੀ 150 ਮਾਈਲਸ ਦੂਰ ਹੈ। ठीक है, तो 150 ਜਾਣਾ 150 ਆਣਾ 300 ਪੈ ਗਿਆ ਮੈਨੂੰ। ਇਸ ਕਰਕੇ ਮੈਂ ਇਹ ਚੀਜ਼ ਦਾ ਧਿਆਨ ਰੱਖਾਂਗਾ ਉਸ ਟਾਈਮ। ਸਮਝ ਗਏ। ਨੈਕਸਟ ਟਾਈਮ ਜਦੋਂ ਆਪਾਂ ਕਾਲ ਤੇ ਗੱਲ ਕਰਦੇ ਨਾ, ਹੁਣ ਆਪਾਂ ਨੂੰ ਚੀਜ਼ ਕਨਫਰਮ ਕਰਨੀ ਹੈ। ਜਿੱਦਾਂ ਨੇ ਬੋਲਤਾ ਇਟਸ ਪਿਕਅਪ ਐਟ 10 ਐਂਡ ਡ੍ਰॉप्स मंडे 9:30। ਹੁਣ ਇਹਨੇ ਬੋਲਤਾ ਪਿਕਅਪ ਐਟ 10, ਇਹ ਨਹੀਂ ਬੋਲੇ 10 AM PM क्या है। ठीक है, ਇਹ ਚੀਜ਼ਾਂ ਵੈਰੀਫਾਈ ਕਰਨੀਆਂ ਤੁਸੀਂ। ਠੀਕ ਹੈ ਜੀ। ਉਹ ਦੱਸਿਆ ਸੀ ਵੀ ਜੇ 24 ਆਰ ਫਾਰਮੈਟ ਹੋਏ ਫਿਰ PM ਹੁੰਦੀ ਹੈ। ਹਾਂ, ਬਟ ਆਪਾਂ ਕਾਲ ਤੇ ਵੀ ਵੈਰੀਫਾਈ ਕਰਨਾ ਨਾ। ਹੁਣ ਆਪਾਂ ਡਰਾਈਵਰ ਨੂੰ ਭੇਜਤਾ ਕਿ ਬਾਈ 10 AM ਦਾ ਪਿਕਅਪ ਹੈ, ਉਹਨੇ ਵੀ ਕਿਹਾ ਠੀਕ ਹੈ। ਬਾਅਦ 'ਚ ਉੱਥੇ ਗਿਆ ਤੇ ਉੱਥੇ 10 PM ਦਾ ਪਿਕਅਪ ਹੈ। ਸਾਰਾ ਦਿਨ ਤੁਹਾਡੀ ਜਾਨ ਖਾਂਦਾ ਰਹੇਗਾ। ਠੀਕ ਹੈ, ਸੇਮ ਇੱਧਰ ਡ੍ਰੌਪ ਦਾ ਵੀ ਦੇਖਣਾ। ਵੈਸਟ ਪਾਮ ਬੀਚ ਫਲੋਰੀਡਾ ਬੋਲਿਆ ਤੇ ਵੈਸਟ ਪਾਮ ਬੀਚ ਫਲੋਰੀਡਾ ਹੀ ਹੋ, ਮਤਲਬ ਕਿ ਲੋਕੇਸ਼ਨ ਇਹ ਨਾ ਹੋਵੇ ਚੱਲ 5-6 ਮਾਈਲ 10 ਮਾਈਲ ਦਾ ਸਮਝ ਵੀ ਆਉਂਦਾ। 70-75 ਮੀਲ ਨਾ ਹੋ ਗਿਆ ਤਾਂ ਬੰਦੇ ਨੂੰ ਬਹੁਤ ਪੈ ਜਾਂਦੀ ਹੈ। ਠੀਕ ਹੈ, ਕਿਉਂਕਿ ਉਸ ਹਿਸਾਬ ਨਾਲ ਰੇਟ ਨਹੀਂ ਨੈਗੋਸ਼ੀਏਸ਼ਨ ਹੋਇਆ ਨਾ। ਐਂਡ ਟਾਈਮਿੰਗ ਆਲਸੋ। ਦੈਨ ਇੱਥੇ ਰੇਟ ਚੈੱਕ ਕਰਨਾ ਤੁਸੀਂ। ਜਿੱਦਾਂ ਨੇ 2,700.00 ਕੀਤਾ, 2700 ਹੋ ਗਿਆ। ਇੱਥੇ ਵੀ ਇਹਨੇ 2,700.00 ਕਰਤਾ। ਠੀਕ ਹੈ, ਹੁਣ ਇੱਥੇ ਟੋਟਲ ਕੈਰੀ ਪੇ 'ਚ ਇਹਨੇ 2.700 ਕਰਤਾ।
कितना काम गलत। और $2। $2.70। हम्म, ठीक है, ਇਹ ਚੀਜ਼ ਤੁਸੀਂ ਵੈਰੀਫਾਈ ਕਰਨੀ ਹੈ। ठीक ठीक ਠੀਕ ਹੈ, ਧਿਆਨ ਰੱਖਣਾ ਹੈ ਇਹ ਚੀਜ਼ਾਂ ਦਾ। ठीक। ਹੁਣ ਆਪਾਂ ਇਹਦੀ ਇੰਸਟਰਕਸ਼ਨਸ ਪੜਾਂਗੇ ਕੀ ਕੀ ਬੋਲੇ ਗਏ। ਪਹਿਲੇ ਦੀ ਸਪੈਸ਼ਲ ਇੰਸਟਰਕਸ਼ਨ ਪੜਾਂਗੇ, ਪੜੋਗੇ ਇਹ ਵਾਲੀ। All trailers must have a working ICC bar in order to set ICC bar ਉਹ ਥੱਲੇ ਵਾਲਾ। ਹਾਂ, ਜਿਹੜਾ ਥੱਲੇ ਡੰਡਾ ਜਿਹਾ ਲੱਗਿਆ ਹੁੰਦਾ ਟ੍ਰੇਲਰ ਦੇ। Costco will not unload a trailer at the or if trailer is not equipped with proper ICC bar to secure the truck for unloading. Costco also will not unload any trailers with a lift gate. ਉਹ ICC ਬਾਰ ਪਤਾ ਨਾ, ਥੱਲੇ ਜਿਹੜਾ ਟ੍ਰੇਲਰ ਦੇ ਥੱਲੇ ਡੰਡਾ ਜਿਹਾ ਉਹ ਬਾਹਰ ਜਿਹਾ ਲੱਗਿਆ ਹੁੰਦਾ। ਹਾਂਜੀ ਲਿਫਟ ਗੇਟ ਵਾਲਾ ਵੀ ਟ੍ਰੇਲਰ ਪਤਾ ਤੁਹਾਨੂੰ। ਹਾਂਜੀ ਠੀਕ ਹੈ, ਇਹ ਵੀ ਪਤਾ ਲੱਗ ਗਿਆ ਨਾ ਕਿ ICC ਬਾਰ ਨਾਲ ਸਿਕਿਉਰ ਨਹੀਂ ਹੈ ਤਾਂ ਅਨਲੋਡਿੰਗ ਨਹੀਂ ਕਰੇਗੀ ਕੌਸਕੋ। ਹਾਂਜੀ ਠੀਕ ਹੈ, ਕੌਸਕੋ ਇੱਕ ਰਿਸੀਵਰ ਹੈ, ਮੈਂ ਲਿਖਾਇਆ ਸੀ ਨਾ ਉਹਦੇ ਰਿਸੀਵਰ ਦੇ ਨਾਮ। ਹਾਂਜੀ ਹਾਂਜੀ। ਉਹੀ ਹੈ ਅੱਗੇ। ਲਿਫਟ ਗੇਟ ਵਾਲਾ ਹੋ ਗਿਆ। ਲਿਫਟ ਗੇਟ ਦਾ ਪੜਨ ਦੀ ਲੋੜ ਨਹੀਂ, ਪਤਾ ਹੀ ਹੈ ਨਾ ਕੌਸਕੋ। ਲਿਫਟ ਗੇਟ ਤਾਂ ਮੈਂ ਕਿਹਾ ਪਤਾ ਹੀ ਹੈ, ਪੜਨ ਦੀ ਲੋੜ। ਹਾਂਜੀ ਹਾਂਜੀ ਠੀਕ ਹੈ ਨਾ, Costco also will not unload any trailer with lift gate। ਹੁਣ ਇਹ ਅੱਗੇ ਅੱਗੇ driver must have। Drivers must have Costco receiving stickers for each pole affixed to the bill ਇਹਦੇ of PO lading. PO number stands for pickup number। पिकअप नंबर पता क्या है? जितो पिकअप करना ਆਪਾਂ। ਪਿਕਅਪ ਨੰਬਰ ਹੁੰਦਾ ਜਿੱਦਾਂ ਕਿ US 'ਚ 48 ਸਟੇਟ ਹੈ। 48 ਸਟੇਟ ਦਾ ਪਤਾ ਨਹੀਂ ਕਿਹੜੇ ਸਟੇਟ ਦਾ ਕਿਹੜੀ ਸਿਟੀ ਦਾ ਲੋਡ ਜਾ ਰਿਹਾ, ਤਾਂ ਉਹਨਾਂ ਨੂੰ ਸ਼ਿਪਰ ਨਾ PO ਨੰਬਰ 'ਚ ਡਿਵਾਈਡ ਕਰ ਦਿੰਦਾ ਕਿ ਇਹ PO ਨੰਬਰ ਇਹ ਵਾਲੀ ਸਟੇਟ ਦਾ, ਇਹ ਵਾਲੀ ਸਿਟੀ ਦਾ ਹੈ। ਠੀਕ ਹੈ, ਹਰ PO ਨੰਬਰ 'ਚ ਕੁਝ ਕਮੋਡਿਟੀ ਹੋਏਗੀ। ਜਿੱਦਾਂ ਜੇ ਫਰਨੀਚਰ ਦਾ ਲੋਡ ਲੈ ਕੇ ਜਾਣਾ, ਚੇਅਰਸ ਐਂਡ ਟੇਬਲ, ਚੇਅਰਸ ਨੂੰ PO ਨੰਬਰ ਦਿੱਤਾ 002 ਐਂਡ ਇਹਨੂੰ ਦਿੱਤਾ ਟੇਬਲਸ ਨੂੰ PO ਨੰਬਰ 0010। समझ गए? चलो। Affixed to the bill of landing prior to leaving the receiving site, and they must be submitted with your request for payment. In addition, any noted at the bottom of the sticker must be reported to Allen company at the time of delivery. Failure to company may result in delay payment, reduced payment, or non-payment. मतलब समझ आया क्या? ਇੱਕ ਤੇ ਉਹ ਸਟicker ਹੋਣਾ ਚਾਹੀਦਾ ਹੈ ਉਹ ਰਿਸੀਵਿੰਗ ਵਾਲਾ। ठीक है, ਤੇ ਉਹਨਾਂ ਕੋਲ ਪੇਮੈਂਟ ਦੀ ਰਿਕੁਐਸਟ ਵੀ ਹੋਣੀ ਚਾਹੀਦੀ ਸਾਡੀ। स्टिकर पता ना कॉस्को का। ਹਾਂਜੀ कॉस्को का स्टिकर दिखाया सी ना मैं। ठीक है, वो उन कह रहे हैं कि हर PO नंबर ਦਾ ਮੈਂ ਉਹਨੇ 2 PO ਨੰਬਰ ਦਾ ਐਗਜ਼ਾਮਪਲ ਦਿੱਤਾ, ਹਰ PO ਨੰਬਰ ਦਾ ਅਲੱਗ-ਅਲੱਗ ਸਟicker ਹੋਣਾ ਚਾਹੀਦਾ। ਠੀਕ ਹੈ, ਜੇ ਨਹੀਂ ਹੋਏਗਾ ਤਾਂ ਤੁਹਾਨੂੰ ਪੇਮੈਂਟ ਨਹੀਂ ਹੋਏਗੀ, ਜਾਂ ਤੁਹਾਡੀ ਪੇਮੈਂਟ ਰਿਡਿਊਸ ਹੋ ਜਾਏਗੀ, ਜਾਂ ਤੁਹਾਨੂੰ ਪੇਮੈਂਟ ਹੀ ਨਹੀਂ ਕਰਨਗੇ, ਜਾਂ ਡਿਲੇ ਕਰਨਗੇ ਪੇਮੈਂਟ ਕਰਨ 'ਚ। ਠੀਕ ਹੈ, PO ਨੰਬਰ ਦੇਖਿਆ ਨਾ ਤੁਸੀਂ, ਉਹਦਾ ਸਟicker ਦੇਖਿਆ ਹੋਣਾ ਕੌਸਕੋ ਦੀ POD, ਕੌਸਕੋ ਦੀ POD ਜਿਹੜੀ ਸਲਿੱਪ ਹੋ ਸੀ। ਹਾਂਜੀ ਹਾਂਜੀ, ਉਹੀ ਸੀ ਸਲੀਪ ਜਿਹੜੀ BO ਵਾਲੇ ਥੱਲੇ ਲੱਗੀ ਹੋਈ ਸੀ। ਚਲ ਅੱਗੇ। ਜੇ ਸਾਰਾ ਕੁਝ ਨਾ ਠੀਕ ਹੋਇਆ ਪੇਮੈਂਟ 'ਚ ਦਿੱਕਤ ਆ ਸਕਦੀ ਹੈ। ਹਾਂਜੀ,
ਅੱਗੇ ਚੱਲ ਪੋ, ਹਾਂਜੀ। ਅੱਗੇ ਚੱਲ ਪੋ ਮੈਂ ਕਿਹਾ। Post for save slot by appointment only. If you are going to miss your delivery appointment, you must contact the office broker that book the load with us. ਆਫਿਸ ਬ੍ਰੋਕਰ ਨਾਲ ਕੰਟੈਕਟ ਕਰੋ ਜਿੰਨਾ ਤੁਸੀਂ ਲੋਡ ਬੁੱਕ ਕੀਤਾ ਸੀ। ਕੋਈ ਵੀ ਅਪਾਇੰਟਮੈਂਟ ਨਾਲ ਹੀ ਲੋਡ ਲੈਣੇ ਨੇ। ਹਾਂ, ਕਾਸਕੋ ਅਪਾਇੰਟਮੈਂਟ ਨਾਲ ਹੀ ਲੋਡ ਉਤਾਰਦਾ ਹੈ। ਜੇ ਤੁਸੀਂ ਮਿਸ ਕਰ ਰਹੇ ਹੋ ਤਾਂ ਆਪਣੇ ਬ੍ਰੋਕਰ ਨੂੰ ਇਨਫੋਰਮ ਕਰ ਦਿਓ ਕਿ ਅਸੀਂ ਤਾਂ ਡਿਲੀਵਰੀ ਨਹੀਂ ਕਰ ਪਾਵਾਂਗੇ ਔਨ ਟਾਈਮ ਬਿਕੋਜ਼ ਹੈ ਕੋਈ ਇਸ਼ੂ ਹੋ ਗਿਆ ਇਸ ਕਰਕੇ। This load requires one of the following types of trailers. If this is a refrigerated load, we require a 23-foot swing door reefer trailer that is clean, food grade, has no doors or holes in the floor, walls or ceiling, and must have an air chute that is good in repair. Air chute cannot have any rips, tears, holes in it, and must be properly installed to reefer unit and ceiling throughout the trailer. 에ਅਰ ਸ਼ੂਟ ਪਤਾ ਤੁਹਾਨੂੰ? ਹਾਂਜੀ, ਦਿਖਾਇਆ ਸੀ ਉਹ ਹਾਂ, ਇੱਕ ਇੱਕ ਅੱਗੇ ਇਹ ਲੱਗਾ ਹੁੰਦਾ ਹੈ ਰੀਪਰ, ਉੱਤੋਂ ਅੱਗੇ ਕਈ ਟ੍ਰੇਲਰ ਦੇ ਪਿੱਛੇ ਤੱਕ ਹਾਂ ਤਾਂ ਹੋਰ ਕਿ ਬਣੇ ਹੁੰਦੇ। ਹਵਾ ਪੂਰੇ ਤੱਕ ਡਿਸਟ੍ਰੀਬਿਊਟ ਹੋ ਜਾਏ। ਸਵਿੰਗ ਡੋਰ ਚਾਹੀਦੇ ਨੇ। ਸਵਿੰਗ ਡੋਰ ਤਾਂ ਆਪਾਂ ਨੂੰ ਹੈ ਹੀ, ਆਪਣੇ ਸਾਰੇ ਸਵਿੰਗ ਡੋਰ ਹੀ ਹੋ ਗਏ। If this is a dry load, we require a 23-foot swing door dry van. Trailer that is clean, ਕੋਈ ਸੇਮ ਇੱਥੇ ਰੀਫਰ ਵੀ ਚੱਲ ਸਕਦਾ ਹੈ ਡਰਾਈਵਰ ਦਾ ਲੋਡ ਬੰਦ ਕਰਕੇ। ਠੀਕ ਹੈ, ਅਪਰੂਵਲ ਮਿਲੇ ਤਾਂ ਉਹ ਵੀ ਰਿਟਰਨ 'ਚ ਚਾਹੀਦੇ। ਰਿਟਰਨ ਅਪਰੂਵਲ। The first 3 hours after scheduled appointments or detention are free. In the event the driver is detained beyond 2 hours after their appointment, carrier must notify us before detention is to begin so we can notify the customer or detention will not be approved. Authorized detention will be paid at $25 per hour. Detention is not exceed $150 per day during any consecutive 24-hour period. If driver is late over at pickup and delivery, then $150 the hour will be paid, but not in addition to $150 of accrued detention on the same occurrence. Detention layover charges due to late or missed appointments will not be honored. In the event the driver is late for a scheduled appointment, the driver will be working and will not be approved for detention. Detention will not be compensated at any pickup or delivery, that is FCFS. ਇਹਦੇ 'ਚ ਆਉਂਦਾ ਟੌਪਿਕ ਡਿਟੈਂਸ਼ਨ ਐਂਡ ਲੇਬਰ। ਉਹ ਕੀ ਹੁੰਦੀ ਹੈ? ਹਾਂਜੀ, ਇਹਦੇ 'ਚ ਟੌਪਿਕ ਹੈ ਡਿਟੈਂਸ਼ਨ ਐਂਡ ਲੇਬਰ। ਉਹ ਕੀ ਹੁੰਦੀ ਹੈ? ਠੀਕ ਹੈ, ਡਿਟੈਂਸ਼ਨ ਹੁੰਦੀ ਹੈ ਜਿੱਦਾਂ ਕਿ ਤੁਹਾਡਾ ਇੱਕ ਅਪਾਇੰਟਮੈਂਟ ਹੈ, ਲੈਟਸ ਸਪੋਜ਼ 10 AM ਦੀ ਅਪਾਇੰਟਮੈਂਟ ਹੈ। 10 AM ਦੀ ਅਪਾਇੰਟਮੈਂਟ ਤੋਂ ਬ੍ਰੋਕਰ ਕਹਿ ਰਿਹਾ ਤੁਹਾਨੂੰ 3 ਆਵਰਸ ਵੇਟ ਕਰਨੀ ਪੈਣੀ ਹੈ, 10, 11, 12, 1 ਵਜੇ ਤੱਕ। ਠੀਕ ਹੈ, 1 ਵਜੇ ਤੱਕ ਮੈਂ ਵੇਟ ਕਰਾਂਗਾ। ਜੇ ਮੈਨੂੰ ਲੋਡਿੰਗ ਜਾਂ ਅਨਲੋਡਿੰਗ ਜੋ ਵੀ ਨਹੀਂ ਹੁੰਦੀ, ਆਫਟਰ 1 PM ਜਿਹੜੇ ਮੇਰੇ ਐਕਸਟਰਾ ਆਵਰਸ ਲੱਗੇ ਉਹਦੇ ਲਈ ਮੈਨੂੰ ਐਕਸਟਰਾ ਪੇ ਹੋਏਗਾ, ਡੈਟ ਇਜ਼ $25 ਪਰ ਆਵਰ। ਠੀਕ ਹੈ, ਜੇ ਜਿੱਦਾਂ ਮੇਰੇ 3 ਘੰਟਿਆਂ ਤੋਂ ਬਾਅਦ ਹਾਂ ਫਸਟ 3 ਆਵਰਸ ਫ੍ਰੀ ਰਹਿਣਗੇ, ਚਾਹੇ ਮੈਂ ਲੋਡਿੰਗ ਕਰਾਣਾ ਚਾਹੇ ਮੈਂ ਅਨਲੋਡਿੰਗ ਕਰਾਣਾ। ਠੀਕ ਹੈ, ਹੁਣ ਫਸਟ 3 ਆਵਰਸ ਮੇਰੇ ਫ੍ਰੀ ਨਿਕਲ ਗਏ। ਹੁਣ ਉਸ ਤੋਂ ਬਾਅਦ ਮੈਨੂੰ ਲੱਗ ਗਏ ਲੈਟਸ ਸਪੋਜ਼ 4 ਘੰਟੇ ਹੋਰ। 4 × 25 ਦੇ ਹਿਸਾਬ ਨਾਲ ਮੈਨੂੰ $100 ਹੋਰ ਐਕਸਟਰਾ ਮਿਲੇਗਾ ਮੇਰੇ ਲੋਡ ਦਾ। ਜਿੱਦਾਂ 2700 ਦਾ ਸੀਗਾ। ਪਿਛਲੇ 3 ਘੰਟੇ ਹਾਂਜੀ, ਪਿਛਲੇ 3 ਘੰਟੇ ਦਾ ਨਹੀਂ ਪਿਛਲੇ 3 ਘੰਟੇ ਦਾ ਨਹੀਂ ਮਿਲੇਗਾ। ਮੈਂ ਟੋਟਲ 7 ਘੰਟੇ ਵੇਟ ਕੀਤੀ, ਜਿਸ 3 ਘੰਟੇ ਮੇਰੇ ਫ੍ਰੀ ਨਿਕਲੇ, ਫ੍ਰੀ ਸੀਗੇ ਮੇਰੇ, ਕਿ 3 ਘੰਟੇ ਦਾ ਵੇਟ ਕਰਨੀ ਪੈਣੀ ਹੈ। ਉਸ ਤੋਂ ਬਾਅਦ ਮੈਨੂੰ 4 ਘੰਟੇ ਹੋਰ ਵੇਟ ਕਰਨੀ ਪਈ ਹੈ। 3 ਘੰਟੇ ਕੱਟਣ ਤੋਂ ਬਾਅਦ 4 ਘੰਟੇ ਹੋਰ ਵੇਟ ਕਰਨੀ ਪਈ ਹੈ। ਹੁਣ ਮੈਨੂੰ ਬ੍ਰੋਕਰ ਕਹਿ ਰਿਹਾ ਕਿ ਮੈਂ ਤੁਹਾਨੂੰ ਐਕਸਟਰਾ ਪੇ ਕਰਾਂਗਾ ਉਹਦਾ, ਡੈਟ ਇਜ਼ $25 ਪਰ ਆਵਰ। ਠੀਕ ਹੈ, ਇਹ ਹੋ ਗਈ ਮੈਨੂੰ ਡਿਟੈਂਸ਼ਨ। ਬਟ ਇਹੀ ਡਿਟੈਂਸ਼ਨ ਜੇ 6 ਤੋਂ 7 ਘੰਟੇ ਹੋ ਜਾਂਦੀ ਹੈ, ਦੈਨ ਮੈਨੂੰ ਉਹ ਕਹਿ ਰਿਹਾ ਕਿ ਮੈਂ ਤੈਨੂੰ ਸਿੱਧਾ ਲੇਬਰ ਦੇ ਦਾਂਗਾ ਵਿਚ ਇਜ਼ $150। ਹੁਣ ਮੇਰੇ 6 ਘੰਟੇ ਲੱਗਣ, 7 ਲੱਗਣ, 8 ਲੱਗਣ, ਉਹਨੇ ਮੈਨੂੰ 150 ਦੇ ਕੇ ਬਿਠਾ ਦੇਣਾ ਸਾਰਾ ਦਿਨ ਦਾ।
ਉਹਨੇ ਡੇਟ ਤੱਕ ਕਰ ਦੇਣੀ। ਹਾਂ, ਔਰ ਇਹ 24 ਘੰਟੇ ਦਾ ਪੀਰੀਅਡ ਰਹੇਗਾ। ਜਿੱਦਾਂ ਲੈਟਸ ਸਪੋਜ਼ ਅੱਜ ਮੇਰੀ 10 ਵਜੇ ਦੀ ਅਪਾਇੰਟਮੈਂਟ ਹੈ, ਕੱਲ ਤੱਕ 10 ਵਜੇ ਤੱਕ ਮੈਂ ਲੋਡ ਨਹੀਂ ਹੋਇਆ ਤਾਂ ਮੈਨੂੰ ਉਹਦਾ 150 ਮਿਲ ਗਿਆ। ਹੁਣ ਨੈਕਸਟ ਡੇ ਜਿਹਦਾ ਸੈਚਰਡੇ ਦਾ 10 ਵੱਜ ਗਏ, ਉਹਦੇ ਫਿਰ ਉਹੀ 3 ਘੰਟੇ ਵਾਲਾ ਸਿਸਟਮ ਚੱਲੇਗਾ। 3 ਘੰਟੇ ਹੋਣਗੇ, ਉਸ ਤੋਂ ਬਾਅਦ ਜੋ ਮੇਰਾ ਐਕਸਟਰਾ ਟਾਈਮ ਲੱਗੇਗਾ ਜਾਂ ਪੂਰਾ ਦਿਨ ਲੱਗੇਗਾ ਤਾਂ ਉਸ ਹਿਸਾਬ ਨਾਲ ਮੈਨੂੰ ਪੇਮੈਂਟ ਦੇਗਾ। ਠੀਕ। डिटेंशन होती है कुछ आवर्स ਦੀ, ਲਾਈਕ ਆਫਟਰ ਫ੍ਰੀ ਟਾਈਮ ਜਿੱਦਾਂ ਨੇ 3 ਘੰਟੇ ਰੱਖਿਆ ਹੋਇਆ, ਉਸ ਤੋਂ ਬਾਅਦ ਜੇ ਤੁਹਾਡੇ 1-2 ਘੰਟੇ ਲੱਗਦੇ ਆ, 5 ਘੰਟੇ ਲੱਗਦੇ ਆ, ਉਹ ਤੁਹਾਨੂੰ ਉਸ ਹਿਸਾਬ ਨਾਲ ਪੇਮੈਂਟ ਮਿਲ ਜਾਂਦੀ ਹੈ, ਵਿਚ ਇਜ਼ $25 ਪਰ ਆਵਰ। ਹਰ ਬ੍ਰੋਕਰ ਦਾ ਅਲੱਗ-ਅਲੱਗ ਹੁੰਦਾ ਹੈ, ਪਰ ਲੇਓਵਰ ਹੁੰਦੀ ਹੈ 8 ਘੰਟੇ ਤੋਂ ਬਾਅਦ। 8 ਘੰਟੇ ਲਾਈਕ ਆਫਟਰ ਫ੍ਰੀ ਟਾਈਮ 8 ਘੰਟੇ ਮੈਂ ਲਗਾਤਾਰ ਇੱਕ ਜਗ੍ਹਾ ਤੇ ਬੈਠਿਆ, ਉਹਨੂੰ ਲੇਓਵਰ ਕਹਿੰਦੇ ਆ। ਮਤਲਬ ਕਿ ਉਹ ਪੂਰੀ ਨਾਈਟ ਮੇਰੀ ਇੱਕ ਤਰ੍ਹਾਂ ਨਾਲ ਲੱਗੀ ਹੈ, ਕਿਉਂਕਿ ਆਪਣੀ ਸ਼ਿਫਟ ਹੀ 11 ਘੰਟੇ ਦੀ ਹੁੰਦੀ ਹੈ, ਪੂਰੀ ਮੇਰੀ ਨਾਈਟ ਲੱਗ ਗਈ ਹਾਂਜੀ। ਤਾਂ ਉਹਦਾ ਮੈਨੂੰ ਲੇਓਵਰ ਮਿਲ ਜਾਏਗਾ। ਹੂੰ। ਔਰ ਇਹ 24 ਆਵਰ ਲਈ ਰਹਿੰਦੀ ਹੈ ਲੇਓਵਰ, ਮਤਲਬ ਕਿ ਅਗਲੇ ਦਿਨ ਦੇ 10 ਵਜੇ ਤੱਕ। ਫਿਰ ਮੈਂ 3 ਘੰਟੇ ਵੇਟ ਕੀਤਾ 1 PM ਤੱਕ, ਉਸ ਤੋਂ ਬਾਅਦ ਮੇਰੇ 2-3 ਘੰਟੇ ਲੱਗ ਰਹੇ। ਲੇਓਵਰ ਕੱਲ੍ਹ ਦੀ ਮਿਲੇਗੀ, ਅੱਜ ਦੀ ਮੈਨੂੰ ਡਿਟੈਂਸ਼ਨ ਐਡ ਹੋ ਕੇ ਮੈਂ ਉਸ ਤੋਂ ਅਪਡੇਟਡ ਰੇਟ ਕੌਣ ਮੰਗਾਵਾਂਗਾ ਕਿ ਭਾਈ ਮੇਰਾ ਹੁਣ 150 ਕੱਲ੍ਹ ਦਾ, ਅੱਜ ਦਾ ਲੈਟਸ ਸਪੋਜ਼ 3 ਘੰਟੇ ਹੈ ਤਾਂ $75 ਰਹਿ ਰਹੇ, $225 ਮੈਨੂੰ ਖਾਤੇ 'ਚ ਪਾ ਦੇ। ਠੀਕ ਹੈ, ਹਰ ਬ੍ਰੋਕਰ ਦੀ ਅਲੱਗ-ਅਲੱਗ ਹੈ। ਇਹਦੀ 25 ਦੇ ਰਿਹਾ, ਕੋਈ 30 ਦਿੰਦੇ, ਕੋਈ 40 ਵੀ ਦਿੰਦੇ ਆ। ਹਰ ਦਾ ਵੇਟਿੰਗ ਟਾਈਮ ਵੀ ਅਲੱਗ-ਅਲੱਗ ਹੈ। ਇਹ 3 ਘੰਟੇ ਕਹਿ ਰਿਹਾ, ਕੋਈ 2 ਘੰਟੇ ਕਹਿੰਦੇ ਆ। ਸਮਝ ਗਏ? ਹਾਂਜੀ। ਚਲੋ ਅੱਗੇ ਚਲੋ। ਹਾਂ, ਨਾਲੇ ਇੱਕ ਚੀਜ਼ ਹੋਰ ਮੈਂ ਪੂਰਾ ਐਕਸਪਲੇਨ ਕਰਦਾ। ਜੇ ਜਿੱਦਾਂ ਮੇਰੀ ਅਪਾਇੰਟਮੈਂਟ ਸੀਗੀ 10 ਵਜੇ ਦੀ ਐਂਡ ਮੈਂ ਲੇਟ ਪਹੁੰਚਿਆ, ਫਿਰ ਉਹਦੇ ਲਈ ਮੈਨੂੰ ਡਿਟੈਂਸ਼ਨ ਲੇਵਰ ਕੁਛ ਨਹੀਂ ਮਿਲੇਗੀ। ਐਂਡ ਮੈਂ ਲੇਟ ਪਹੁੰਚਿਆ ਐਂਡ ਸ਼ਿਪਰ ਜਾਂ ਰਿਸੀਵਰ ਨੇ ਕਿਹਾ ਚਲ ਕੋਈ ਨਹੀਂ ਆ ਜਾ, ਤੈਨੂੰ ਮੈਂ ਕਰ ਦਾਂਗਾ ਲੋਡਿੰਗ ਜਾਂ ਅਨਲੋਡਿੰਗ, ਤਾਂ ਉਹਦੇ ਵੀ ਮੈਨੂੰ ਡਿਟੈਂਸ਼ਨ ਲੇਵਰ ਕੁਛ ਨਹੀਂ ਮਿਲੇਗੀ। ਅਤੇ ਫਸਟ ਕਮ ਫਸਟ, FCFS ਦਾ ਮਤਲਬ ਹੈ ਫਸਟ ਕਮ ਫਸਟ ਸਰਵ। ਜਿੱਦਾਂ ਉਹਨੇ ਮੈਨੂੰ ਕਹਿ ਤਾ ਕੋਈ ਅਪਾਇੰਟਮੈਂਟ ਨਹੀਂ, 8 ਤੋਂ 3 ਹੈ, ਜਿਹੜਾ ਪਹਿਲਾਂ ਆ ਗਿਆ ਉਹਨੂੰ ਪਹਿਲਾਂ ਕਰ ਦਾਂਗੇ, ਜਿਹੜਾ ਬਾਅਦ 'ਚ ਆਇਆ ਬਾਅਦ 'ਚ ਕਰਾਂਗੇ। ਐਂਡ ਮੈਂ ਭਾਈ ਸਾਹਿਬ ਗਲਤੀ ਨਾਲ 2 ਵਜੇ ਜਾ ਰਿਹਾ, ਠੀਕ ਹੈ, 2 ਵਜੇ ਤੋਂ ਬਾਅਦ ਮੈਨੂੰ ਜਿਹੜਾ ਉਹ ਮੇਰੀ ਗਲਤੀ, ਮੈਂ ਲੇਟ ਗਿਆ, ਤਾਂ ਮੈਨੂੰ ਉਹਦੇ ਵੀ ਫਸਟ ਕਮ ਫਸਟ ਸਰਵ ਦੇ ਵੀ ਡਿਟੈਂਸ਼ਨ ਨਹੀਂ ਦਿੱਤੀ ਜਾਏਗੀ, ਪਰ ਲੇਓਵਰ ਮਿਲੇਗੀ। ਠੀਕ। This load is tracked as a full legal load but still requires a truck that can scale a minimum of 43,000 lbs unless otherwise stated that it is required to hold more weight. ਤਾਂ ਲੋਡ ਪੂਰਾ ਹੈ 43,000 ਪਾਊਂਡਸ ਹੈ, ਦਾ ਚੱਕਣਾ ਪੈ ਸਕਦਾ ਹੈ। ਹੁਣੇ ਤਾਂ ਜੋ ਵੀ ਲੋਡ ਦਾ ਵੇਟ ਹੈ 13,000 ਸਮਥਿੰਗ ਹੈ, ਉੱਪਰ ਦੇਖੋ 13,456 ਹੈ, ਪਰ ਇਹ ਕਹਿ ਰਿਹਾ ਤੁਹਾਨੂੰ 43,000 ਤੱਕ ਲੋਡ ਚੱਕਣਾ ਪੈ ਸਕਦਾ ਇਫ ਰਿਕੁਆਇਰਮੈਂਟ ਹੋਈ, ਸ਼ਿਪਰ ਨੇ ਲੋਡ ਜ਼ਿਆਦਾ ਕਰਨਾ ਪਿਆ ਤਾਂ ਤੁਸੀਂ ਚੱਕੋਗੇ, ਠੀਕ ਹੈ। ਬਟ ਇਸ 'ਚ ਵੀ ਇੱਕ ਸਿਨੈਰੀਓ ਹੈ, ਜਿੱਦਾਂ ਆਪਣਾ ਕੌਂਟਰੈਕਟ ਬਲੀਚ ਹੋ ਜਾਂਦਾ, ਫਿਰ ਜਿੱਦਾਂ ਆਪਣੀ ਗੱਲ ਹੋਈ ਸੀ 13,000 ਦੇ ਹਿਸਾਬ ਨਾਲ, ਉਸ ਹਿਸਾਬ ਨਾਲ ਅਸੀਂ ਰੇਟ ਮੰਗਿਆ, ਉਸ ਹਿਸਾਬ ਨਾਲ ਨੈਗੋਸ਼ੀਏਸ਼ਨ ਕੀਤੀ, ਉਸ ਹਿਸਾਬ ਨਾਲ ਮੇਰਾ ਟਰੱਕ ਦਾ ਫਿਊਲ ਲੱਗਣਾ ਸੀਗਾ, ਐਵਰੇਜ ਵਧੀਆ ਦੇਣੀ ਸੀ। ਹੁਣ ਹੋ ਗਿਆ 43,000 ਵੇਟ, ਹੁਣ ਮੇਰੇ ਟਰੱਕ ਨੇ ਐਵਰੇਜ ਘੱਟ ਦੇਣੀ ਹੈ ਕਿਉਂਕਿ ਵੇਟ ਵੱਧ ਗਿਆ। ਫਿਰ ਮੈਂ ਨਾ ਨੈਗੋਸ਼ੀਏਟ ਕਰਾਂਗਾ भाई कि वेट बढ़ गया मेरी हो गया। हाँ, ओवरलोड तो नहीं, जो अपनी डील है तो ज़्यादा वेट है, मैंने तो कंपनसेशन करो कुछ, ठीक है। ठीक। चलो ओके। Driver is responsible for the following. If this is a reefer load, driver must have the trailer pre-cooled to the room temperature before product is loaded onto the trailer. ठीक है। ਰੀਫਰ ਲੋਡ ਤੇ ਜੋ ਵੀ ਟੈਂਪਰੇਚਰ ਰਿਕੁਆਇਰਮੈਂਟ ਉਹਨੂੰ ਪਹਿਲਾਂ ਹੀ ਕਰਨੀ ਪਏਗੀ ਲੋਡ ਹੋਣ ਤੋਂ ਪਹਿਲਾਂ। ਹਾਂਜੀ ਹਾਂਜੀ। ਡਰਾਈਵਰ ਮਸਟ ਕਾਊਂਟ ਦਾ ਪ੍ਰੋਡਕਟ ਐਂਡ ਵੈਰੀਫਾਈ ਪ੍ਰੋਡਕਟ ਕਾਊਂਟ ਔਨ BOL before signing the BOL. Any shortage will be deducted from the carrier's freight invoice. ਕੀ ਕਹਿ ਰਿਹਾ ਹੈ? ਡਰਾਈਵਰ ਨੂੰ ਦੇਖਣਾ ਵੀ ਫਰੇਟ ਪ੍ਰੋਪਰਲੀ ਲੋਡ ਕਰ ਰਿਹਾ ਉਹਦੇ ਅਕੋਰਡਿੰਗਲੀ, ਕਿ ਭਾਈ ਟੇਢਾ ਮੇਢਾ ਤਾਂ ਨਹੀਂ ਕਰਤਾ ਕਿ ਲੋਡ ਰਸਤੇ ਜਾ ਕੇ ਗਿਰ ਜਾਵੇ, ਠੀਕ ਹੈ। ਔਰ ਲੋਡ ਨੂੰ ਸਿਕਿਉਰ ਕਰਨਾ ਹੈ 2 ਤੋਂ 3 ਲੋਡ ਲੌਕਸ ਤੋਂ, ਲੋਡ ਲੌਕਸ ਪਤਾ ਨਾ? ਹਾਂਜੀ। ਠੀਕ ਹੈ। ਡਰਾਈਵਰ ਨੂੰ ਪ੍ਰੋਪਰਲੀ ਦੇਖਣਾ ਹੈ ਲੋਡ ਪ੍ਰੋਪਰਲੀ ਲੋਡ ਕੀਤਾ ਇਹਨਾਂ ਨੇ, ਔਰ ਕੋਈ ਵੀ ਪੈਲਟ ਟੁੱਟਿਆ ਫਿੱਟਿਆ ਗਲਿਆ ਸੜਿਆ ਤਾਂ ਨਹੀਂ ਹੈ,
ਠੀਕ ਹੈ, ਡੈਮੇਜ ਨਾ ਹੋ, ਵਰਨਾ ਸਾਡੀ ਕੰਪਨੀ ਤੇ ਕਲੇਮ ਆ ਜਾਏਗਾ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ, ਇੱਕ ਬੀਅਰ ਦਾ ਲੋਡ ਹੈ, ਬੀਅਰ ਦਾ ਲੋਡ ਲੈ ਕੇ ਆਪਾਂ ਜਾ ਰਹੇ ਹਾਂ, ਉਹਦੇ 'ਚ ਇੱਕ ਬੋਟਲ ਹੈ ਡੈਮੇਜ, ਉਹ ਹੌਲੀ ਹੌਲੀ ਲੀਕ ਹੋਈ ਹੈ। ਉਹ ਹੌਲੀ ਹੌਲੀ ਲੀਕ ਕਰਦੇ ਡਰਾਈਵਰ ਨੇ ਦੇਖ ਲਿਆ ਸੀ ਕਿ ਹਾਂ ਇੱਕ ਡੈਮੇਜ ਹੈ, ਚਲੋ ਕੋਈ ਨਹੀਂ, ਹੌਲੀ ਹੌਲੀ ਲੀਕ ਹੋ ਗਈ। ਲੀਕ ਹੋਣ ਤੋਂ ਬਾਅਦ ਸਾਰਾ ਉਹਨੇ ਇੱਕ ਪੈਲਟ ਖਰਾਬ ਕਰਤਾ, ਠੀਕ ਹੈ ਜੀ। ਇੱਕ ਪੈਲਟ ਹੋ ਗਿਆ ਖਰਾਬ, ਉਹ ਪੈਲਟ ਗਿਆ ਟੁੱਟ, ਉਹ ਦੂਜੇ ਪੈਲਟ ਜਾ ਕੇ ਗਿਰੇਗਾ। ਇੱਕ ਪੈਲਟ ਤਾਂ ਟੁੱਟਿਆ ਹੀ ਟੁੱਟਿਆ, ਦੂਜਾ ਪੈਲਟ ਨਾਲ ਟੁੱਟੇਗਾ, ਕਿਉਂਕਿ ਗੱਤੇ ਵਿੱਚ ਲਾ ਕੇ ਇਹਨਾਂ ਨੇ ਸੈੱਟ ਕੀਤਾ ਹੁੰਦਾ ਹੈ। ਗੱਤਾ ਪਾਣੀ ਨਾਲ ਫਟਾਫਟ ਗਲੇਗਾ, ਜਾਂ ਬੀਅਰ ਨਾਲ ਫਟਾਫਟ ਗਲੇਗਾ, ਸੋਡੇ ਨਾਲ ਫਟਾਫਟ ਗਲੇਗਾ, ਗਲ ਕੇ ਉਹ ਗਿਰੇਗਾ, ਔਰ ਉਹਦਾ ਕਲੇਮ ਆਏਗਾ ਕੰਪਨੀ ਨੂੰ ਕਿ ਭਾਈ ਤੁਹਾਡੀ ਰਿਸਪੌਂਸਿਬਿਲਿਟੀ ਸੀ। ਜਦ ਤੱਕ ਡਰਾਈਵਰ ਸੈਟਿਸਫਾਈ ਨਹੀਂ ਹੁੰਦਾ, ਜੇ ਉਹਨੂੰ ਇੱਕ ਵੀ ਪੈਲਟ ਲੱਗਦਾ ਕਿ ਟੁੱਟਿਆ ਫੁੱਟਿਆ, ਉਹ ਪਹਿਲਾਂ ਹੀ ਕਹਿ ਦੇ ਕਿ ਭਾਈ ਇਹ ਟੁੱਟਿਆ ਫੁੱਟਿਆ ਮੈਂ ਨਹੀਂ ਲੈ ਕੇ ਜਾਣਾ, ਠੀਕ ਹੈ। ਉਹਦੇ ਕੋਲ ਪਹਿਲਾਂ ਹੀ ਰਾਈਟ ਹੈ, ਉਹ ਨਾਲੇ ਸਾਨੂੰ ਫੋਟੋ ਭੇਜੇਗਾ ਡਿਸਪੈਚਰ ਨੂੰ, ਫਿਰ ਅਸੀਂ ਬ੍ਰੋਕਰ ਨੂੰ ਕਹਾਂਗੇ ਅਸੀਂ ਇਹ ਵਾਲਾ ਪੈਲਟ ਨਹੀਂ ਲੈ ਕੇ ਜਾਣਾ, ਇੱਦਾਂ ਇਹ 'ਚ ਪ੍ਰੋਡਕਟ ਦੀ ਇੱਕ ਬੋਟਲ ਟੁੱਟੀ ਹੋਈ ਹੈ ਜਿਹੜੀ ਲੀਕ ਹੋ ਰਹੀ ਹੈ, ਸ਼ਿਪਰ ਅਲਾਓ ਨਹੀਂ ਕਰ ਰਿਹਾ ਚੇਂਜ ਕਰਨ ਨੂੰ, ਸਾਨੂੰ ਇਹ ਪੈਲਟ ਹੀ ਨਹੀਂ ਲੈ ਕੇ ਜਾਣਾ। ਅਸੀਂ ਰਿਫਿਊਜ਼ ਕਰ ਸਕਦੇ ਹਾਂ। ਜੇ ਬ੍ਰੋਕਰ ਤੁਹਾਨੂੰ ਫੋਰਸ ਕਰੇ ਹਾਂ ਨਹੀਂ ਤੁਸੀਂ ਲੈ ਕੇ ਜਾਣਾ, ਅਸੀਂ ਕਹੋਗੇ ਅਸੀਂ ਲੈ ਜਾਵਾਂਗੇ, ਪਰ ਇਹਦਾ ਕੋਈ ਕਲੇਮ ਆਇਆ ਜਾਂ ਅੰਦਰ ਲੋਡ ਖਰਾਬ ਹੋਇਆ ਇਹਦੇ ਕਰਕੇ ਸਾਡਾ ਕੋਈ ਰਿਸਪੌਂਸਿਬਿਲਿਟੀ ਨਹੀਂ। ਕਲੇਮ ਵੀ ਘੱਟ ਥੋੜਾ ਆਣਾ, ਉਹਨਾਂ ਨੇ 70-80 ਡਾਲਰ ਦਾ ਪਾਣਾ ਜੀ। ਅੱਗੇ Driver must verify condition of freight being loaded and report any pallets that are wet, leaving, crushing, and or damaged before loading to the protected company best possible claims. ਉਹੀ ਚੀਜ਼ ਤੁਸੀਂ ਨਾ ਕੋਈ ਵੀ BOL ਤੇ ਡਰਾਈਵਰ ਨੂੰ, ਜਿੱਦਾਂ ਸਾਨੂੰ ਬ੍ਰੋਕਰ ਨੇ ਕਿਹਾ ਕਿ 24 ਪੈਲਟ ਲੋਡ ਕਰਨਗੇ, ਉੱਥੇ ਉੱਥੇ ਉਹਨਾਂ ਨੇ ਲੋਡ ਕਰਤੇ ਜੀ 10 ਪੈਲਟ, ਤੇ ਡਰਾਈਵਰ ਨੂੰ BOL ਚੱਕ ਕੇ ਦੇ ਦਿੱਤੀ, ਤਾਂ ਹਾਫ ਲੋਡ ਹੋਇਆ ਨਾ। ਤੇ ਡਰਾਈਵਰ ਦੀ ਰਿਸਪੌਂਸਿਬਿਲਿਟੀ ਸਾਨੂੰ ਵੀ ਦੱਸੇਗਾ, ਅਸੀਂ ਬ੍ਰੋਕਰ ਨੂੰ ਕਰਾਂਗੇ ਕਿ 24 ਦੀ ਜਗ੍ਹਾ ਭਾਈ 10 ਪੈਲਟ ਲੋਡ ਕਰਦੇ ਪਏ, ਕੀ ਕਰਨਾ ਚਾਹੀਏ ਕਿ ਵੇਟ ਕਰੀਏ। ਕਿਉਂਕਿ ਜੇ ਅਸੀਂ 10 ਪੈਲਟ ਲੈ ਕੇ ਚਲੇ ਗਏ, ਬ੍ਰੋਕਰ ਨੇ ਕਹਿ ਦੇਣਾ ਭਾਈ ਤੁਸੀਂ ਤਾਂ ਮੇਰਾ ਅੱਧਾ ਲੋਡ ਲੈ ਕੇ ਗਏ ਹੋ, ਫਿਰ ਇਹਦਾ ਤਾਂ ਮੈਂ ਹਾਫ ਪੇ ਕਰਾਂਗਾ, ਠੀਕ ਹੈ। ਇਹ ਸਾਰੀ ਡਰਾਈਵਰ ਨੂੰ ਰਿਸਪੌਂਸਿਬਿਲਿਟੀ ਦੱਸਣੀ ਹੈ ਕਿ ਭਾਈ ਇਹ ਚੈੱਕ ਕਰ। ਚਲੋ ਅੱਗੇ driver must verify condition हो गया. Driver must watch the freight being loaded to ensure the trailer is loaded properly and correctly to the driver's satisfaction. Driver must secure freight with at least 2-3 load locks once loaded to avoid shifting during transit. वही चीज सी ਇਹ ਵਾਲਾ ਪੁਆਇੰਟ ਕਰ ਲਓ। if the driver is not loaded, is not allowed. The driver is allowed on the dock to count product and verify condition of product prior to it being loaded onto the trailer. Then the driver must have the shipper write shipper load count and seal on the bill of lading. Put a seal on the load with the seal number referenced on the bill of lading. ਸ਼ਿਪਰ ਨੇ ਡਰਾਈਵਰ ਨੂੰ ਅੰਦਰ ਅਲਾਓ ਹੀ ਨਹੀਂ ਕੀਤਾ ਕਿ ਤੂੰ ਅੰਦਰ ਆ ਕੇ ਚੈੱਕ ਕਰ ਲੈ ਲੋਡ ਅਸੀਂ ਕਿੱਦਾਂ ਕਰ ਰਹੇ ਹਾਂ, ਤੇ ਉਹਨੇ ਲੋਡ ਕਰਕੇ ਟ੍ਰੇਲਰ ਵੀ ਲੌਕ ਕਰਤਾ, ਸੀਲ ਲਗਾਤੀ ਹੈ, ਠੀਕ ਹੈ। ਇਹ ਡਰਾਈਵਰ ਲਿਖ ਦੇਗਾ ਕਿ ਸ਼ਿਪਰ ਲੋਡ ਕਾਊਂਟ ਐਂਡ ਸੀਲ, ਕਿ ਮੈਨੂੰ ਨਹੀਂ ਪਤਾ ਕਿੱਦਾਂ ਲੋਡ ਕੀਤਾ ਇਹਨਾਂ ਨੇ, ਸ਼ਿਪਰ ਨੇ ਲੋਡ ਕੀਤਾ, ਕਾਊਂਟ ਵੀ ਉਹਨੇ ਕੀਤਾ, ਸੀਲ ਵੀ ਉਹਨੇ ਲਗਾਈ ਹੈ। ਕਿਉਂਕਿ ਇੱਕ ਵਾਰੀ ਸੀਲ ਲੱਗ ਜਾਂਦੀ ਹੈ, ਹੁਣ ਉਹ ਰਿਸੀਵਰ ਦੇ ਸਾਹਮਣੇ ਜਾ ਕੇ ਖੁੱਲ੍ਹੇਗੀ, ਫਿਰ ਉਹ ਸਾਨੂੰ ਦੱਸੇਗਾ, BOL ਭੇਜੇਗਾ ਐਂਡ ਸੀਲ ਦੀ ਫੋਟੋ ਭੇਜੇਗਾ, ਅਸੀਂ ਬ੍ਰੋਕਰ ਨੂੰ ਦੱਸਾਂਗੇ ਬਾਈ ਇੱਦਾਂ ਦਾ ਕੀਤਾ ਸ਼ਿਪਰ ਨੇ। ਹੁਣ ਲੋਡ ਅੰਦਰ ਉਹ ਗਿਰਿਆ ਟੁੱਟਿਆ ਫਟਿਆ ਸਾਡੀ ਰਿਸਪੌਂਸਿਬਿਲਿਟੀ ਨਹੀਂ ਹੈ, ਠੀਕ ਹੈ ਨਾ। ਐਂ ਤਾਂ ਸਾਨੂੰ ਪਤਾ ਹੀ ਨਹੀਂ ਕਿੱਦਾਂ ਦਾ ਲੋਡ ਹੋਇਆ, ਟੁੱਟਿਆ ਫਟਿਆ ਕਰਤਾ, ਸਾਨੂੰ ਕੀ ਸਾਡੇ ਥੋੜ੍ਹਾ ਪਤਾ। ਸੋਚੋ ਅੱਗੇ If these requirements cannot be met, carrier must contact us immediately, regardless if it's after hours, to address resolve any issues before leaving the shipper to avoid any
potential claims associated with these instructions not being followed by the carrier driver. नॉर्मल पॉइंट है ना जी कुछ भी ड्राइवर ਨੂੰ ਇਸ਼ੂ ਆਉਂਦਾ ਹੈ ਜਾਂ ਰਿਕੁਆਇਰਮੈਂਟਸ ਫੁੱਲਫਿਲ ਨਹੀਂ ਹੋ ਪਾ ਰਹੀ ਇਮੀਡੀਏਟਲੀ ਇਹਨਾਂ ਦੀ ਆਫਟਰ ਆਵਰ ਟੀਮ ਨੂੰ ਕਾਲ ਕਰੋ ਜੇ ਆਫਟਰ ਆਵਰ ਟੀਮ ਹੈ ਉਹਨਾਂ ਨੂੰ ਦੱਸੋ ਉਹ ਰਿਜ਼ੋਲਵ ਕਰਕੇ ਦੇਣਗੇ समझ नहीं लगती। ਡਰਾਈਵਰ ਸ਼ਿਪਰ ਤੇ ਗਿਆ ਹੈ ਠੀਕ ਹੈ हम्म, ਸ਼ਿਪਰ ਨੇ ਉਹਨੂੰ ਲਾਈਕ ਕਹਿਤਾ ਕਿ ਇੱਦਾਂ ਹੀ ਲੋਡ ਕਰਾਂਗੇ ਅਸੀਂ ਨਹੀਂ ਮੰਨਦੇ ਜਿੱਦਾਂ ਲੋਡ ਠੀਕ ਨਹੀਂ ਕਰਦਾ ਪਿਆ ਸ਼ਿਪਰ ਨਹੀਂ ਗੱਲ ਮੰਨਦਾ ਪਿਆ ਲੋਡ ਟੁੱਟਿਆ ਫੁੱਟਿਆ ਕਰਤਾ ਸ਼ਿਪਰ ਨੇ ਕਹਿਤਾ ਅਸੀਂ ਤਾਂ ਇੱਦਾਂ ਹੀ ਲੋਡ ਕਰਾਂਗੇ ਅਸੀਂ ਨਹੀਂ ਮੰਨਦੇ ਰਿਕੁਆਇਰਮੈਂਟ ਫੁੱਲਫਿਲ ਨਹੀਂ ਹੋ ਰਹੀ ਡਰਾਈਵਰ ਦੀ ਗੱਲ ਨਹੀਂ ਮੰਨੀ ਜਾ ਰਹੀ ਕਿਉਂਕਿ ਲੋਡਿੰਗ ਡਰਾਈਵਰ ਦੇ ਅਕੋਰਡਿੰਗ ਹੋਵੇ ਤਾਂ ਹੀ ਉਹ ਪ੍ਰੋਪਰਲੀ ਲੈ ਕੇ ਜਾਏਗਾ ਨਾ हम्म, ਤਾਂ ਬ੍ਰੋਕਰ ਜੇ ਚਲਾ ਜਾਂਦਾ ਨਾ ਉਸ ਤੋਂ ਬਾਅਦ ਜਿੱਦਾਂ ਆਪਣੇ ਅਸੀਂ ਵੀ ਚਲੇ ਜਾਂਦੇ ਆ ਆਫਿਸ ਤੋਂ 5 PM ਉਹਨਾਂ ਦੇ ਟਾਈਮ ਈਸਟਰਨ ਟਾਈਮ ਦੇ ਅਕੋਰਡਿੰਗ ਅਸੀਂ ਵੀ ਚਲੇ ਗਏ ਜਦ ਉਸ ਤੋਂ ਬਾਅਦ ਆਫਟਰ ਆਵਰ ਟੀਮ ਬੈਠਦੀ ਹੈ ਹੁਣ ਜਿੱਦਾਂ ਅਸੀਂ ਚਲੇ ਗਏ ਬ੍ਰੋਕਰ ਵੀ ਚਲਾ ਗਿਆ ਉਹ ਤੇ ਇੱਦਾਂ ਦਾ ਇਸ਼ੂ ਆ ਜਾਂਦਾ ਡਰਾਈਵਰ ਨੂੰ ਤਾਂ ਇਮੀਡੀਏਟਲੀ ਉਹ ਫੋਨ ਕਰ ਸਕਦਾ ਹੈ ਐਲਨ ਐਂਡ ਕੰਪਨੀ ਦੀ ਆਫਟਰ ਆਵਰ ਟੀਮ ਨੂੰ ਤੇ ਇਸ਼ੂ ਫਟਾਫਟ ਰਿਜ਼ੋਲਵ ਕਰਾਇਆ ਜਾਏਗਾ ਤਾਂ ਕਿ ਕੋਈ ਕਲੇਮ ਕਲੂਮ ਨਾ ਆਏ ਐਂਡ ਡਰਾਈਵਰ ਦੀ ਗੱਲ ਮੰਨੀ ਜਾਏ ਜੋ ਇਨਸਟਰਕਸ਼ਨ ਦੇ ਰਿਹਾ ਡਰਾਈਵਰ ठीक। ਠੀਕ ਹੈ ਕਈ ਵਾਰੀ ਸ਼ਿਪਰ ਨਾ ਜਾਣ ਕੇ ਟੁੱਟਿਆ ਫੁੱਟਿਆ ਲੋਡ ਕਰ ਦਿੰਦਾ ਡਰਾਈਵਰ ਦੇ ਉਹਦੇ 'ਚ ਕਿ ਬਈ ਇਹ ਤਾਂ ਇੱਦਾਂ ਹੀ ਲੈ ਕੇ ਗਿਆ ਹੋਣਾ ਠੀਕ ਹੈ ਬਟ ਡਰਾਈਵਰ ਨੇ ਜੇ ਦੇਖ ਲਿਆ ਡਰਾਈਵਰ ਕਹਿ ਸਕਦਾ ਬਈ ਇਹ ਤਾਂ ਇੱਦਾਂ ਲੋਡ ਕੀਤਾ ਮੈਨੂੰ ਮੈਂ ਨਹੀਂ ਕਰਤਾ ਉਹ ਪ੍ਰੂਫ ਬਣਾ ਲੇਗਾ ਨਾ ਫੋਟੋ ਲੈ ਲੇਗਾ ਵੀਡੀਓ ਬਣਾ ਲੇਗਾ ਕਿ ਬਈ ਇੱਦਾਂ ਲੋਡ ਕੀਤਾ ਹੈ ਮੈਂ ਤਾਂ ਨਹੀਂ ਲੈ ਕੇ ਜਾਂਦਾ ਐਂਡ ਸ਼ਿਪਰ ਅਲਾਓ ਨਹੀਂ ਕਰ ਰਿਹਾ ਚੇਂਜ ਕਰਨ ठीक। ਫਿਰ ਉਹ ਡਰਾਈਵਰ ਸਾਡਾ ਸਾਨੂੰ ਦੱਸੇਗਾ ਅਸੀਂ ਐਲਨ ਦੀ ਕੰਪਨੀ ਨੂੰ ਦੱਸਾਂਗੇ ਈਮੇਲ ਕਰਾਂਗੇ ਐਂਡ ਕਾਲ ਵੀ ਕਰਾਂਗੇ ठीक। ਠੀਕ ਹੈ हाँ। ਚਲੋ ਅੱਗੇ If there are any problems which would delay the truck to a pickup or cause the truck to be late for their delivery appointment, carrier must call ALC Orlando immediately, regardless if its after us, which is 888-785-5863. ਕੋਈ ਵੀ ਇਸ਼ੂ ਕਰਕੇ ਤੁਸੀਂ ਪਿਕਅਪ ਡਿਲੇ ਕਰ ਰਹੇ ਜਾਂ ਪਿਕਅਪ ਨਹੀਂ ਕਰ ਪਾਓਗੇ ਐਲਨ ਐਂਡ ਕੰਪਨੀ ਔਰਲੈਂਡੋ ਬ੍ਰਾਂਚ ਨੂੰ ਇਮੀਡੀਏਟਲੀ ਕਾਲ ਕਰਕੇ ਦੱਸੋ ਕਿ ਭਾਈ ਇੱਦਾਂ ਦਾ ਇਸ਼ੂ ਹੋ ਗਿਆ ਚਾਹੇ ਉਹਨਾਂ ਦਾ ਆਫਟਰ ਆਵਰ ਟੀਮ ਹੋਵੇ ਤੇ ਇਹ ਫੋਨ ਨੰਬਰ ਹੈ ਉਹਨਾਂ ਦਾ Sure. Daily check calls are required. Failure to communicate a probable late delivery prior to the delivery appointment. No call, no show for any reason, including breakdowns, may result in fines up to $500 as imposed by the shipper and to be passed on through to the carrier. Documentation from a breakdown is required, otherwise fines may still be incurred. ਤੁਸੀਂ ਆਪਣੀ ਡਿਲੀਵਰੀ ਤੇ ਜਾਣਾ ਸੀਗਾ ਤੁਸੀਂ ਪਹੁੰਚੇ ਹੀ ਨਹੀਂ ਨਾ ਤੁਹਾਡਾ ਡਿਸਪੈਚਰ ਅਪਡੇਟ ਦੇ ਰਿਹਾ ਨਾ ਦੱਸ ਰਿਹਾ ਹੈ ਬ੍ਰੋਕਰ ਨੂੰ ਨਾ ਸ਼ਿਪਰ ਨੂੰ ਠੀਕ ਹੈ ਨਾ ਰਿਸੀਵਰ ਨੂੰ ਦੱਸਿਆ ਵੈਸੇ ਤਾਂ ਬ੍ਰੋਕਰ ਨਹੀਂ ਦੱਸਾਂਗੇ ਅਸੀਂ ਰਿਸੀਵਰ ਸ਼ਿਪਰ ਨਾਲ ਸਾਡਾ ਕੰਮ ਹੀ ਨਹੀਂ ਹੈ ਤਾਂ ਸ਼ਿਪਰ $500 ਦਾ ਫਾਈਨ ਲਗਾਏਗਾ ਬ੍ਰੋਕਰ ਤੇ ਕਿ ਡਿਲੀਵਰੀ ਮਿਸ ਹੋਈ ਹੈ ਕੋਈ ਰੀਜ਼ਨ ਨਹੀਂ ਸੀਗਾ ਨਾ ਕੋਈ ਅਪਡੇਟ ਆਈ ਹੈ ਨਾ ਉੱਤੇ ਬੰਦਾ ਗਿਆ ਹੈ ਠੀਕ ਹੈ ਸ਼ਿਪਰ $500 ਦਾ ਫਾਈਨ ਲਗਾਏਗਾ ਬ੍ਰੋਕਰ ਤੇ ਬ੍ਰੋਕਰ ਉਹ ਪਾਸ ਕਰੇਗਾ ਸਾਡੇ ਤੇ ਕੈਰੀਅਰ ਤੇ ਜਿਹੜਾ ਲੋਡ ਚੱਕ ਕੇ ਲੈ ਕੇ ਗਈ ਹੈ ਠੀਕ ਹੈ ਬਟ ਜੇ ਤੁਹਾਡਾ ਟਰੱਕ ਬ੍ਰੇਕਡਾਊਨ ਹੋਇਆ ਐਂਡ ਉਹਦੀ ਤੁਹਾਡੇ ਕੋਲ ਡਾਕੂਮੈਂਟੇਸ਼ਨ ਮਤਲਬ ਕਿ ਉਹਦੀ ਰਿਸਿਪਟ ਹੋਏਗੀ ਨਾ ਤੁਸੀਂ ਫਿਕਸ ਕਰਾਇਆ ਟਰੱਕ ਜੇ ਉਹ ਤੁਸੀਂ ਦੇ ਦੋਗੇ ਤਾਂ ਤੁਹਾਡੇ ਤੇ ਫਾਈਨ ਨਹੀਂ ਲੱਗੇਗਾ ਅਦਰਵਾਈਜ਼ ਤੁਹਾਡੇ ਤੇ ਫਾਈਨ ਲੱਗੇਗਾ ਹੀ ਲੱਗੇਗਾ ਅਗਲਾ ਪੁਆਇੰਟ स्लिप बुहाने गए। हाँ जो भी ब्रेकडाउन है तो वो तो स्लिप मिलेगी ना फिक्स कराने दी फिर दिखाने Carrier by acceptance of this load, you are acknowledging that you agree and will follow the tow requirements regardless. If this rare confirmation is accepted, send back to us, signed or not signed. ਤੁਸੀਂ ਇਹ ਸਾਰਾ ਕੁਝ ਕਰਕੇ ਇਹ ਚੀਜ਼ਾਂ ਪੜ੍ਹਨੀਆਂ ਐਂਡ ਤੁਸੀਂ ਐਕਸੈਪਟ ਕਰ ਰਹੇ ਹੋ ਚੀਜ਼ਾਂ ਨੂੰ ਐਂਡ ਤੁਹਾਨੂੰ ਇਹ ਸਾਈਨ ਕਰਕੇ ਬ੍ਰੋਕਰ ਨੂੰ ਦੁਬਾਰਾ ਵਾਪਸ ਭੇਜਣਾ ਕਿ ਅਸੀਂ ਇਹ ਚੀਜ਼ਾਂ ਨੂੰ ਐਕਸੈਪਟ ਕਰ ਰਹੇ ਹਾਂ ਠੀਕ ਹੈ
ਤੁਸੀਂ ਇਹ ਚੀਜ਼ਾਂ ਸਾਨੂੰ ਦੱਸੀਆਂ ਐਂਡ ਵੀ ਆਰ ਐਕਸੈਪਟਿੰਗ ਦਿਸ। If a trailer security seal is used on the shipment by the shipper, do not break it until advised by the Costco receiving as a claim nasal. Please be advised Costco reports will not unload any trailer branded trucks, trailers such as Amazon, Walmart, Safeway, or trailers with liquids. These trailers will be rejected at delivery. ਜਿਹੜੀ ਉਹ ਸੀਲ ਜਿਹੜੀ ਲੱਗਦੀ ਹੈ ਮੈਂ ਦਿਖਾਈ ਸੀ ਜਿਹੜੀ, ਯਾਦ ਹੈ? ਹਾਂਜੀ ਉਹ ਸ਼ਿਪਰ ਨੇ ਲਗਾਤੀ, और कॉस्को के सामने कॉस्को का बंदा आएगा जो रिसीविंग है, ਉਹਦਾ ਬੰਦਾ ਆਏਗਾ, ਉਹ ਤੁਹਾਨੂੰ ਕਹੇਗਾ ਇਹਨੂੰ ਤੋੜੋ ਤਾਂ ਹੀ ਤੋੜਨੀ ਹੈ। ਜੇ ਪਹਿਲਾਂ ਹੀ ਟੁੱਟੀ ਹੋਈ ਆਈ ਹੈ ਜਾਂ ਤੁਸੀਂ ਉਸ ਤੋਂ ਪਹਿਲਾਂ ਉਹਦੇ ਆਉਣ ਤੋਂ ਪਹਿਲਾਂ ਹੀ ਤੋੜ ਕੇ ਬੈਠ ਗਏ ਹੋ, ਫਿਰ ਉਹ ਕਹਿ ਸਕਦਾ ਬਾਈ ਕਲੇਮ ਆ ਸਕਦਾ ਕਿ ਬਾਈ ਇਹਨਾਂ ਨੇ ਕੁਝ ਪ੍ਰੋਡਕਟ ਨਾ ਕੱਢਿਆ ਹੋਵੇ, ਉਹ ਜਾਣ ਕੇ ਹੀ ਪਾ ਸਕਦੇ ਕਲੇਮ। ਪਰ ਜੇ ਉਹਦੇ ਸਾਹਮਣੇ ਸੀਲ ਖੋਲੇ ਤੇ ਜੋ ਕੁਝ ਕਵੇ ਕਲੇਮ ਪਾ ਦਾਂਗੇ, ਉਹਦਾ ਨਹੀਂ ਕਲੇਮ ਪੈ ਸਕਦਾ ਕਿਉਂਕਿ ਉਹਦੇ ਸਾਹਮਣੇ ਅਸੀਂ ਸੀਲ ਓਪਨ ਕਰ ਰਹੇ ਹੋ। ਹੁਣ ਦਿਖਾਓਗੇ ਨਾ ਸੀਲ ਦੀ ਕੰਡੀਸ਼ਨ ਬਿਲਕੁਲ ਫਿਕਸ ਠੀਕ ਠਾਕ ਹੈ, ਟ੍ਰੇਲਰ ਕਿਤੇ ਖੁੱਲਿਆ ਹੀ ਨਹੀਂ ਹੈ, ਹੁਣ ਤੇਰੇ ਸਾਹਮਣੇ ਤੋੜ ਰਹੇ ਹਾਂ ਮੈਂ ਸੀਲ, ਠੀਕ ਹੈ। ਐਂਡ ਇਹਨਾਂ 'ਚ ਕੋਈ ਵੀ ਕੌਸਕੋ ਟ੍ਰੇਲਰ ਨੂੰ ਲਾਈਕ ਅਨਲੋਡ ਨਹੀਂ ਕਰਦਾ ਜਿਹੜੇ ਜਿਨ੍ਹਾਂ 'ਚ ਲਿਖਿਆ ਹੋਏਗਾ ਵਾਲਮਾਰਟ, ਐਮਾਜ਼ੋਨ, ਸੇਫਵੇ ਦੇ ਟ੍ਰੇਲਰ ਅਤੇ ਲਿਫਟਗੇਟ ਵਾਲੇ ਟ੍ਰੇਲਰ। ਕੌਸਕੋ ਰਿਜੈਕਟ ਕਰ ਦੇਗਾ ਇਹ ਟ੍ਰੇਲਰਾਂ ਨੂੰ ਡਿਲੀਵਰੀ 'ਤੇ। ਕਿਹੜੇ ਆ ਜਿੱਦਾਂ ਨਾਰਮਲ ਐਮਾਜ਼ਨ ਵਾਲੇ ਜਿੱਦਾਂ ਐਮਾਜ਼ੋਨ ਦੇ ਟ੍ਰੇਲਰ ਹੁੰਦੇ ਆ ਨਾ, ਐਮਾਜ਼ੋਨ ਉੱਤੇ ਆਪਣਾ ਪ੍ਰਿੰਟ ਕਰਾ ਦਿੰਦਾ ਹੈ ਐਮਾਜ਼ੋਨ। ਕੀ ਕਰਦਾ? ਆਪਣਾ ਸਟਿੱਕਰ ਲਗਾ ਦਿੰਦਾ ਹੈ, ਆਪਣਾ ਪ੍ਰਿੰਟ ਲਗਾ ਦਿੰਦਾ ਹੈ। ਐਮਾਜ਼ੋਨ ਦਾ ਟ੍ਰੇਲਰ ਹੈ, ਵਾਲਮਾਰਟ ਦਾ ਟ੍ਰੇਲਰ ਹੈ, ਟ੍ਰੇਲਰ ਦੇ ਸੈਂਟਰ ਵਿੱਚ ਸਟਿੱਕਰ ਲਗਾ ਦੇਗਾ ਵੱਡਾ ਜਿਹਾ ਐਮਾਜ਼ੋਨ। ਜਿੱਦਾਂ ਯਾਰ ਆਪਾਂ ਐਮਾਜ਼ੋਨ ਤੋਂ ਆਰਡਰ ਵੀ ਕਰਦੇ ਹਾਂ, ਉਹਨੇ ਡੱਬੇ 'ਚ ਲਿਖਿਆ ਨਹੀਂ ਆਉਂਦਾ ਐਮਾਜ਼ੋਨ, ਠੀਕ ਹੈ, ਉਹਦਾ ਸਟਿੱਕਰ ਲਗਾ ਦਿੰਦਾ ਟ੍ਰੇਲਰ 'ਤੇ। ਵਾਲਮਾਰਟ ਵਾਲੇ ਵਾਲਮਾਰਟ ਦਾ ਲਾ ਦਿੰਦੇ, ਸੇਫਵੇ ਵਾਲੇ ਸੇਫਵੇ ਦਾ ਲਾ ਦਿੰਦੇ। ਅਤੇ ਕੌਸਕੋ ਇਹਨਾਂ ਦੇ ਕੋਈ ਵੀ ਟ੍ਰੇਲਰ ਇੱਦਾਂ ਦੇ ਕੋਈ ਵੀ ਟ੍ਰੇਲਰ ਹੈ ਉਹਨਾਂ ਨੂੰ ਐਕਸੈਪਟ ਨਹੀਂ ਕਰਦਾ, ਨਾ ਲਿਫਟਗੇਟ ਵਾਲੇ ਟ੍ਰੇਲਰ ਨੂੰ ਐਕਸੈਪਟ ਕਰਦਾ। ਜਿੱਦਾਂ ਤੁਹਾਡੀ ਕੰਪਨੀ ਹੈ, ਜਿੱਦਾਂ ਮੇਰੀ ਕੰਪਨੀ ਹੈ ਜਸਟ ਟਰਾਂਸਪੋਰਟ, ਇਹਦੇ ਨਾਮ ਦਾ ਹੀ ਟ੍ਰੇਲਰ ਆਵੇ ਜਾਂ ਪਲੇਨ ਟ੍ਰੇਲਰ ਵੀ ਆਏਗਾ ਜਿੱਦਾਂ, ਉਹ ਚੱਲ ਜਾਏਗਾ ਇਹਨੂੰ ਕਿ ਹਾਂ ਠੀਕ ਹੈ, ਪਰ ਐ ਦੂਜੀ ਕੰਪਨੀ ਦੇ ਨਾਮ ਦੇ ਨਹੀਂ ਚੱਲੇਗਾ। ਹਾਲੇ ਇੰਨਾ ਬਹੁਤ ਹੈ, ਬਾਕੀ ਕੱਲ ਕਰਾਂਗੇ ਇਨਵਾਇਸ ਦਾ। ਠੀਕ ਹੈ, ਠੀਕ ਹੈ ਨਾ। ਜੀ ਕੱਲ ਮੈਂ ਮੈਸੇਜ ਕਰ ਦਾਂਗਾ ਕਿੰਨੇ ਵਜੇ ਕੱਟੀ ਕਲਾਸ।